हेलो स्टूडेंट्स, वेलकम टू आवर बायोलॉजी क्लास। मैं मनिंदर कौर, ਲੈਕਚਰ ਬਾਇਓਲੋਜੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਤੋਂ। ਅੱਜ ਦਾ ਸਾਡਾ ਟੌਪਿਕ ਬੇਟਾ ਬਾਇਓਲੋਜੀਕਲ ਕਲਾਸੀਫਿਕੇਸ਼ਨ ਦਾ ਲਾਸਟ ਪਾਰਟ, ਠੀਕ ਹੈ। ਕਿੰਗਡਮ ਫੰਜਾਈ ਹੈ ਤੇ ਵਾਇਰਸਿਸ। ਜੋ ਬਾਕੀ ਦੋ ਕਿੰਗਡਮਸ ਨੇ, ਕਿੰਗਡਮ ਪਲਾਂਟੀ, ਕਿੰਗਡਮ ਐਨੀਮੇਲੀਆ, ਉਹ ਦੋ ਕਿੰਗਡਮਸ ਦੇ ਅਲੱਗ ਤੋਂ ਚੈਪਟਰ ਨੇ, ਚੈਪਟਰ 3 ਐਂਡ ਚੈਪਟਰ 4। ਤਾਂ ਅੱਜ ਆਪਾਂ ਕਿੰਗਡਮ ਫੰਜਾਈ ਕਰਾਂਗੇ। ਕਿੰਗਡਮ ਫੰਜਾਈ ਕਾਮਨ ਆਰਗੇਨਿਜ਼ਮ ਆ, ਅਸੀਂ ਆਪਣੇ ਆਲੇ ਦੁਆਲੇ ਅਬਜ਼ਰਵ ਕਰਦੇ ਹਾਂ ਇਹਨੂੰ, ਸ਼ਾਇਦ ਮਤਲਬ ਧਿਆਨ ਨਹੀਂ ਦਿੰਦੇ ਅਤੇ ਸਾਨੂੰ ਪਤਾ ਨਹੀਂ ਕਿ ਇਹ ਕਿੰਗਡਮ ਫੰਜਾਈ ਦੇ ਅੰਡਰ ਹੈ। ਅੱਗੇ ਤੁਸੀਂ ਕੁਛ ਪਿਕਚਰਸ ਦੇਖੋਗੇ ਜਿਹਦੇ ਨਾਲ ਤੁਹਾਨੂੰ ਕਲੀਅਰ ਹੋਏਗਾ ਕਿ ਅਸੀਂ ਕਿੰਗਡਮ ਫੰਜਾਈ ਕਾਮਨਲੀ ਹੀ ਅਬਜ਼ਰਵ ਕਰਦੇ ਹਾਂ। ਫੋਰ ਐਗਜ਼ਾਮਪਲ, ਲੀਵਸ ਦੇ ਉੱਤੇ ਇਸ ਤਰ੍ਹਾਂ ਦੇ ਸਪੌਟਸ, ਇਹ ਵੀਟ ਲੀਵ ਆ, ਠੀਕ ਹੈ, ਡਿਜ਼ੀਜ਼ ਕਾਜ਼ਿੰਗ ਫੰਜਾਈ ਹੈ, ਤਾਂ ਇਸ ਤਰ੍ਹਾਂ ਦੇ ਸਪੌਟਸ ਪਾਏ ਜਾਂਦੇ ਨੇ। ਨੈਕਸਟ ਹੈ ਐਡੀਬਲ ਫੰਜਾਈ, ਮਸ਼ਰੂਮ, ਠੀਕ ਹੈ, ਮਸ਼ਰੂਮ ਕਾਮਨਲੀ ਆਪਾਂ ਇਹਨੂੰ, ਠੀਕ ਹੈ, ਖਾਂਦੇ ਹਾਂ, ਅਤੇ ਇਹ ਵੀ ਇੱਕ ਫੰਜਾਈ ਦਾ ਹੀ ਆਰਗੇਨਿਜ਼ਮ ਹੈ। ਨੈਕਸਟ ਹੈ ਬੇਟਾ, ਕਈ ਵਾਰੀ ਅਸੀਂ ਨੇਲਸ ਦੇ ਉੱਤੇ ਇਸ ਤਰ੍ਹਾਂ ਦੇ, ਠੀਕ ਹੈ, ਅਪੀਅਰੈਂਸ ਆ ਜਿਹੜੀ ਇਸ ਤਰ੍ਹਾਂ ਦੇਖਦੇ ਹਾਂ, ਇਹ ਇਨਫੈਕਸ਼ਨ ਆ ਵਿਚ ਇਜ਼ ਆਲਸੋ ਕਾਜ਼ਡ ਬਾਈ ਆ ਫੰਜਾਈ। ਲਾਸਟ ਬ੍ਰੈਡ ਦੇ ਉੱਤੇ ਇਸ ਤਰ੍ਹਾਂ ਦੇ ਸਪੌਟਸ, ਦਿਸ ਇਜ਼ ਆਲਸੋ ਆ ਫੰਗਲ ਇਨਫੈਕਸ਼ਨ। ਤਾਂ ਫੰਜਾਈ ਸਾਡੇ ਆਲੇ ਦੁਆਲੇ ਕਿੰਨੇ ਹੀ ਤਰ੍ਹਾਂ ਦੇ ਹੈਬੀਟੈਟਸ ਦੀ ਤਰ੍ਹਾਂ ਮਤਲਬ ਰਹਿ ਰਹੀ ਹੈ, ਠੀਕ ਹੈ। ਕਿਤੇ ਤਾਂ ਫੰਜਾਈ ਕਿਸੇ ਔਰਗੈਨਿਕ ਮੈਟਰ ਦੇ ਉੱਤੇ ਗਰੋ ਕਰ ਰਹੀ ਹੈ, ਬ੍ਰੈਡ ਦੇ ਉੱਤੇ ਗਰੋ ਕਰ ਰਹੀ ਹੈ, ਠੀਕ ਹੈ। ਕਿਤੇ ਫੰਜਾਈ ਡਿਜ਼ੀਜ਼ ਕਾਜ਼ ਕਰ ਰਹੀ ਹੈ, ਇਨਫੈਕਸ਼ਨ ਕਾਜ਼ ਕਰ ਰਹੀ ਆ, ਅਤੇ ਕਿਤੇ ਆਪਾਂ ਫੰਜਾਈ ਨੂੰ ਖਾਣ ਲਈ ਯੂਜ਼ ਕਰਦੇ ਹਾਂ, ਐਡੀਬਲ ਵਰਡ ਬੋਲਦੇ ਹਾਂ ਆਪਾਂ ਉਹਨੂੰ, ਐਡੀਬਲ ਫੰਜਾਈ। ਨੈਕਸਟ, ਫੰਜਾਈ ਦੇ ਜਨਰਲ ਕਰੈਕਟਰਸ ਕੀ ਨੇ ਬੇਟਾ? These are heterotrophic organisms, heterotrophic which depend on other organisms for their food, ਠੀਕ ਹੈ। ਆਲਰੇਡੀ ਆਪਾਂ ਕਰ ਚੁੱਕੇ ਹਾਂ, ਨਿਊਟ੍ਰੀਸ਼ਨ ਵੀ ਕ੍ਰਾਈਟੀਰੀਆ ਲਿਆ ਸੀ ਬਾਈਟੈਕਰ ਨੇ, ਠੀਕ ਹੈ, ਡਿਵੀਜ਼ਨ ਲਈ। ਤਾਂ ਕਿੰਗਡਮ ਫੰਜਾਈ ਹੈਟਰੋਟ੍ਰੋਫਿਕ ਆਰਗੇਨਿਜ਼ਮਸ, ਠੀਕ ਹੈ। ਨੈਕਸਟ, ਮਲਟੀ ਸੈਲੂਲਰ, ਆਪਾਂ ਦੋ ਯੂਨੀਸੈਲੂਲਰ ਕਿੰਗਡਮਸ ਕਰ ਚੁੱਕੇ ਹਾਂ, ਠੀਕ ਹੈ। ਯੂਨੀਸੈਲੂਲਰ ਕਿੰਗਡਮ ਮੋਨੇਰਾ, ਕਿੰਗਡਮ ਪ੍ਰੋਟਿਸਟਾ। ਹੁਣ ਮਲਟੀ ਸੈਲੂਲਰ ਕਿੰਗਡਮਸ ਨੇ ਅੱਗੇ, ਜਿਹਦੇ 'ਚ ਆਪਾਂ ਨੰਬਰ 1 ਫੰਜਾਈ ਕਰ ਰਹੇ ਹਾਂ। ਦੇ ਆਰ ਮਲਟੀ ਸੈਲੂਲਰ ਐਕਸੈਪਟ ਵਨ, ਦੈਟ ਇਜ਼ ਯੀਸਟ। ਯੀਸਟ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਵੀ ਓਬਜ਼ਰਵ ਕੀਤੀ ਆ, ਠੀਕ ਹੈ। ਯੀਸਟ ਹੀ ਯੂਨੀਸੈਲੂਲਰ ਆ, ਬਾਕੀ ਸਾਰੇ ਫੰਜਾਈ ਹੈ ਜੋ ਮਲਟੀ ਸੈਲੂਲਰ ਨੇ, ਠੀਕ ਹੈ। ਨੈਕਸਟ ਹੈ ਦ ਫੰਜਾਈ ਗਰੁੱਪ ਇਜ਼ ਡਾਈਵਰਸ ਇਨ ਮੋਰਫੋਲੋਜੀ। ਮੋਰਫੋਲੋਜੀ ਹੁੰਦੀ ਐਕਸਟਰਨਲ ਅਪੀਅਰੈਂਸ, ਤਾਂ ਬਹੁਤ ਹੀ ਤਰ੍ਹਾਂ ਦੀ ਐਕਸਟਰਨਲ ਅਪੀਅਰੈਂਸ ਪਾਈ ਜਾਂਦੀ ਆ, ਮੋਰਫੋਲੋਜੀ ਪਾਈ ਜਾਂਦੀ ਹੈ ਫੰਜਾਈ ਗਰੁੱਪ ਦੇ ਅੰਡਰ। ਅਤੇ ਹੈਬੀਟੈਟ ਵੀ ਅਲੱਗ-ਅਲੱਗ ਆ, ਜਿਵੇਂ ਆਪਾਂ ਪਿੱਛੇ ਹਾਂਜੀ ਅਬਜ਼ਰਵ ਕੀਤਾ ਨਾ ਡਾਇਗਰਾਮਸ ਦੇ ਵਿੱਚ, ਪਿਕਚਰਸ ਦੇ ਵਿੱਚ, ਠੀਕ ਹੈ। ਇਟ ਇਜ਼ ਕੋਸਮੋਪੋਲੀਟਨ, ਫਾਊਂਡ ਐਵਰੀਵੇਅਰ, ਠੀਕ ਹੈ। ਨੈਕਸਟ, ਫੰਜਾਈ ਪ੍ਰੈਫਰ ਕਰਦੇ ਆ ਮੋਸਟਲੀ ਵਾਰਮ ਐਂਡ ਹਿਊਮਿਡ ਪਲੇਸਿਸ। ਜੋ ਆਰਗੇਨਿਜ਼ਮਸ ਕਿੰਗਡਮ ਫੰਜਾਈ ਦੇ ਅੰਡਰ ਨੇ, ਉਹ ਵਾਰਮ ਅਤੇ ਹਿਊਮਿਡ ਪਲੇਸਿਸ 'ਚ ਜ਼ਿਆਦਾ ਗਰੋ ਕਰਦੇ ਨੇ। ਨੈਕਸਟ ਹੈ ਰੀਪਰੋਡਕਸ਼ਨ। ਇਸ 'ਚ ਫੰਜਾਈ ਗਰੁੱਪ ਦੇ ਵਿੱਚ ਜੋ ਰੀਪਰੋਡਕਸ਼ਨ ਆ ਉਹ 3 ਤਰੀਕਿਆਂ ਨਾਲ ਹੁੰਦੀ ਹੈ। ਵੈਜੀਟੇਟਿਵ ਰੀਪਰੋਡਕਸ਼ਨ, ਵੈਜੀਟੇਟਿਵ ਦਾ ਬੇਟਾ ਜਨਰਲ ਆਈਡੀਆ ਤੁਸੀਂ ਲਾ ਲਓ, ਵੈਸੇ ਇਹ +2 ਦੇ ਅੰਡਰ ਆ ਰੀਪਰੋਡਕਸ਼ਨ ਦਾ ਟੌਪਿਕ। ਵੈਜੀਟੇਟਿਵ ਹੁੰਦਾ ਕਿ ਜਦੋਂ ਆਪਾਂ ਕਿਸੇ ਆਰਗੇਨਿਜ਼ਮ ਦਾ ਜਾਂ, ਠੀਕ ਹੈ, ਕੋਈ ਪਾਰਟ ਤੋਂ ਨਵਾਂ ਆਰਗੇਨਿਜ਼ਮ ਬਣ ਜਾਵੇ, ਉਹਨੂੰ ਵੈਜੀਟੇਟਿਵ ਬੋਲਦੇ ਆ। ਜਿਵੇਂ ਕਾਮਨਲੀ ਜੇ ਆਪਾਂ ਪਲਾਂਟਸ ਦੇ ਵਿੱਚ ਦੇਖੀਏ, ਠੀਕ ਹੈ, ਪਲਾਂਟਸ ਦੇ ਵਿੱਚ ਰੋਜ਼ ਦਾ ਪਲਾਂਟ ਹੀ ਲੈ ਲਓ, ਉਹਦੇ ਆਪਾਂ ਇੱਕ ਸਟੈਮ ਕਟਿੰਗ ਲਗਾ ਦਈਏ ਅਲੱਗ ਤੋਂ, ਤਾਂ ਇੱਕ ਰੋਜ਼ ਪਲਾਂਟ ਬਣ ਜਾਂਦਾ, ਉਹ ਵੈਜੀਟੇਟਿਵ ਰੀਪਰੋਡਕਸ਼ਨ ਦੇ ਅੰਡਰ ਆਉਂਦਾ। ਏਸੈਕਸ਼ੂਅਲ ਰੀਪਰੋਡਕਸ਼ਨ ਹੁੰਦਾ, ਆਪਾਂ ਕਿੰਗਡਮ ਮੋਨੇਰਾ 'ਚ ਵੀ ਡਿਸਕਸ ਕੀਤਾ ਸੀ। ਏਸੈਕਸ਼ੂਅਲ ਜਿਹ 'ਚ ਸਿੰਗਲ ਔਰ ਪੇਰੈਂਟ ਹੀ ਇਨਵੋਲਵ ਹੁੰਦਾ, ਮਤਲਬ ਸਿੰਗਲ ਆਰਗੇਨਿਜ਼ਮ, ਠੀਕ ਹੈ। ਸਿੰਗਲ ਆਰਗੇਨਿਜ਼ਮ ਹੀ ਕੋਈ ਸਪੋਰਸ ਪ੍ਰੋਡਿਊਸ ਕਰਦਾ, ਠੀਕ ਹੈ। ਸਪੋਰਸ ਮੰਨ ਲਓ ਜਿਵੇਂ ਪਲਾਂਟਸ ਦੇ ਵਿੱਚ, ਠੀਕ ਹੈ, ਆਪਾਂ ਅੱਗੇ
ਜਿਵੇਂ ਸੀਡਸ ਟਰਮ ਬੋਲਦੇ ਹਾਂ ਤਾਂ ਸਪੋਰਸ ਮਤਲਬ ਜਿਹ ਤੋਂ ਅੱਗੇ ਨਵਾਂ ਪਲਾਂਟ ਬਣੇ, ਬਟ ਇਹ ਵਾਲੇ ਸਪੋਰਸ ਨੇ ਇਹ ਸਿੰਗਲ ਆਰਗੇਨਿਜ਼ਮ ਦੇ ਵਿੱਚ ਕੋਈ ਐਵੇਂ ਦਾ ਸਟਰਕਚਰ ਹੋਵੇ ਜਿਹਦੇ 'ਚ ਸਪੋਰਸ ਪ੍ਰੋਡਿਊਸ ਹੋਣ ਅਤੇ ਉਹ ਸਪੋਰਸ ਤੋਂ ਨਵੇਂ ਪਲਾਂਟਸ ਬਣ ਜਾਣ, ਉਹ ਹੁੰਦੀ ਹੈ ਏਸੈਕਸ਼ੂਅਲ ਰੀਪਰੋਡਕਸ਼ਨ। ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਬੇਟਾ, ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ 2 ਆਰਗੇਨਿਜ਼ਮਸ ਐਟ ਏ ਟਾਈਮ ਇਨਵੋਲਵ ਹੁੰਦੇ ਨੇ। ਉਹ ਦੋਨੋਂ ਆਰਗੇਨਿਜ਼ਮ ਅਲੱਗ ਤੋਂ, ਠੀਕ ਹੈ, ਸਟਰਕਚਰਸ ਪ੍ਰੋਡਿਊਸ ਕਰਦੇ ਨੇ ਜਿਨ੍ਹਾਂ ਨੂੰ ਕਾਮਨ ਟਰਮ ਬੋਲਿਆ ਜਾਂਦਾ ਗੈਮੀਟ, ਠੀਕ ਹੈ, ਜਨਰਲ ਟਰਮ ਗੈਮੀਟ, ਠੀਕ ਹੈ। ਇੱਕ ਗੈਮੀਟ ਫੀਮੇਲ ਹੁੰਦਾ, ਠੀਕ ਹੈ, ਕਿ ਇੱਕ ਮਦਰ ਪੇਰੈਂਟ ਦੀ ਤਰ੍ਹਾਂ ਬਿਹੇਵ ਕਰਦਾ ਆਰਗੇਨਿਜ਼ਮ, ਇੱਕ ਪੈਟਰਨਲ ਫਾਦਰ ਪੇਰੈਂਟ ਦੀ ਤਰ੍ਹਾਂ, ਠੀਕ ਹੈ, ਬਿਹੇਵ ਕਰਦਾ। ਤਾਂ ਦੋਨੋਂ ਜੋ ਪੇਰੈਂਟ ਨੇ ਉਹ ਗੈਮੀਟਸ ਪ੍ਰੋਡਿਊਸ ਕਰਦੇ ਨੇ ਜਿਹੜੇ ਬਾਅਦ ਵਿੱਚ ਫਿਊਜ਼ ਹੋ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ ਅਤੇ ਉਹਨਾਂ ਤੋਂ ਅੱਗੇ ਆਰਗੇਨਿਜ਼ਮ ਦੀ ਫਾਰਮੇਸ਼ਨ ਹੁੰਦੀ ਹੈ। ਇਹ ਹੁੰਦੀ ਹੈ ਸੈਕਸ਼ੂਅਲ ਰੀਪਰੋਡਕਸ਼ਨ, ਠੀਕ ਹੈ। ਜਨਰਲ ਤੁਹਾਨੂੰ ਦੱਸਦਾ, ਠੀਕ ਹੈ। ਰੀਪਰੋਡਕਸ਼ਨ 3 ਮੀਨਸ ਵੈਜੀਟੇਟਿਵ, ਏਸੈਕਸ਼ੂਅਲ ਐਂਡ ਸੈਕਸ਼ੂਅਲ। ਨੈਕਸਟ ਨਿਊਟ੍ਰੀਸ਼ਨ ਆ, ਜੋ ਆਪਾਂ ਨੂੰ ਪਤਾ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਆ ਫੰਜਾਈ ਦੇ ਵਿੱਚ। ਨਿਊਟ੍ਰੀਸ਼ਨ ਅੱਗੇ ਫਰਦਰ 3 ਟਾਈਪਸ ਦੇ ਵਿੱਚ ਡਿਵਾਈਡ ਹੁੰਦੀ ਆ, ਠੀਕ ਹੈ, ਜਿਹਦੇ 'ਚ ਨੰਬਰ 1 ਜੋ ਫੰਜਾਈ ਨੇ ਸੈਪਰੋਫਾਈਟ ਹੁੰਦੇ ਨੇ, ਸੈਪਰੋਫਾਈਟ, ਠੀਕ ਹੈ, ਜਿਹੜੇ ਔਰਗੈਨਿਕ ਮੈਟਰ ਨੂੰ ਡੀਕੰਪੋਜ਼ ਕਰਕੇ, ਠੀਕ ਹੈ, ਫੰਜਾਈ ਇਹਦੇ 'ਤੇ ਗਰੋ ਕਰ ਰਹੀ ਹੈ। ਇਹ ਔਰਗੈਨਿਕ ਮੈਟਰ 'ਤੇ ਹੌਲੀ ਹੌਲੀ ਜੋ ਇੰਜ਼ਾਈਮਸ ਨੇ, ਠੀਕ ਹੈ, ਡਾਈਜੈਸਟਿੰਗ ਇੰਜ਼ਾਈਮਸ ਜੋ ਉਸ ਔਰਗੈਨਿਕ ਮੈਟਰ ਨੂੰ ਬ੍ਰੇਕ ਕਰਨਗੀਆਂ ਅਤੇ ਉਹਦੇ 'ਚੋਂ ਨਿਊਟਰੀਐਂਟਸ ਜੋ ਫੰਜਾਈ ਹੈ ਅਬਜ਼ੋਰਬ ਕਰੂਗੀ, ਠੀਕ ਹੈ, ਐਬਜ਼ੋਰਬ ਕਰੂਗੀ। ਦੈਟ ਇਜ਼ ਸੈਪਰੋਫਿਟਿਕ ਟਾਈਪ ਆਫ ਨਿਊਟ੍ਰੀਸ਼ਨ। ਨੈਕਸਟ ਫੰਜਾਈ ਪੈਰਾਸਾਈਟ ਵੀ ਹੁੰਦੇ ਨੇ, ਜਿਵੇਂ ਆਪਾਂ ਡਿਜ਼ੀਜ਼ ਕਾਜ਼ਿੰਗ ਜੋ ਫੰਜਾਈ ਆ, ਠੀਕ ਹੈ, ਪਿਕਚਰਸ ਦੇ ਵਿੱਚ ਕੀਤਾ, ਜਿਵੇਂ ਹਿਊਮਨ ਬੀਂਗਸ ਦੇ ਕੇਸ 'ਚ ਨੇਲ ਦੀ ਇਨਫੈਕਸ਼ਨ। ਤਾਂ ਪੈਰਾਸਾਈਟ ਦਾ ਮੀਨਿੰਗ ਹੁੰਦਾ ਵਿਚ ਕਾਜ਼ ਡਿਜ਼ੀਜ਼ਸ ਇਨ ਪਲਾਂਟਸ, ਐਨੀਮਲਸ ਐਂਡ ਹਿਊਮਨਸ। ਲਾਸਟ ਹੈ ਫੰਜਾਈ ਨੇਚਰ ਦੇ ਵਿੱਚ ਐਜ਼ ਅ ਸਿੰਬਾਇਓਟ ਵੀ ਅਕਰ ਕਰਦੀ ਹੈ। ਸਿੰਬਾਇਓਟ ਮਤਲਬ ਫੰਜਾਈ ਦਾ ਕੋਈ ਵੀ ਮੈਂਬਰ ਜਦੋਂ ਕਿਸੇ ਹੋਰ ਗਰੁੱਪ ਦੇ ਆਰਗੇਨਿਜ਼ਮ ਦੇ ਨਾਲ, ਠੀਕ ਹੈ, ਐਸੋਸੀਏਸ਼ਨ 'ਚ ਰਹਿੰਦਾ। ਸਿੰਬਾਇਓਟਿਕ ਦਾ ਮਤਲਬ ਕਿ ਉਸ ਐਸੋਸੀਏਸ਼ਨ 'ਚ ਦੋਨੋਂ ਆਰਗੇਨਿਜ਼ਮਸ ਨੂੰ ਬੈਨੀਫਿਟ ਹੁੰਦਾ। ਇਹਦੀਆਂ ਐਗਜ਼ਾਮਪਲਸ ਨੇ ਮਾਈਕੋਰਾਈਜ਼ਾ ਅਤੇ ਲਾਈਕਨ, ਠੀਕ ਹੈ। ਆਪਾਂ ਅੱਗੇ ਦੇਖਾਂਗੇ ਕਿ ਮਾਈਕੋਰਾਈਜ਼ਾ ਕੀ ਹੁੰਦਾ ਅਤੇ ਲਾਈਕਨ ਕੀ ਹੁੰਦਾ। ਨੰਬਰ 1 ਇਜ਼ ਮਾਈਕੋਰਾਈਜ਼ਾ। ਐਕਚੁਅਲੀ ਮਾਈਕੋਰਾਈਜ਼ਾ ਕੀ ਆ? ਇਟ ਇਜ਼ ਅ ਰਿਲੇਸ਼ਨਸ਼ਿਪ ਬਿਟਵੀਨ ਫੰਜਾਈ ਐਂਡ ਪਲਾਂਟਸ। ਜੋ ਫੰਜਾਈ ਆ ਉਹ ਪਲਾਂਟਸ ਦੀਆਂ ਰੂਟਸ 'ਤੇ, ਠੀਕ ਹੈ, ਦੇ ਆਲੇ ਦੁਆਲੇ ਉਹਨੂੰ ਉੱਥੇ ਫੰਜਾਈ ਹੈ ਜਿਹੜੀ ਗਰੋ ਕਰਦੀ ਆ। ਫੰਜਾਈ ਕੋਲੋਨਾਈਜ਼ ਦਾ ਰੂਟ ਸਿਸਟਮ ਆਫ ਹੋਸਟ, ਠੀਕ ਹੈ। ਫੰਜਾਈ ਕੀ ਹੈਲਪ ਕਰਦੀ ਆ ਪਲਾਂਟਸ ਨੂੰ? ਫੰਜਾਈ ਪਲਾਂਟਸ ਦੇ ਰੂਟਸ ਦੀ ਜੋ ਰੂਟਸ ਨੇ ਵਾਟਰ ਅਤੇ ਨਿਊਟਰੀਐਂਟਸ ਐਬਜ਼ੋਰਬ ਕਰਨੇ ਨੇ, ਉਹਦੀ ਉਹ ਕਪੈਸਿਟੀ ਨੂੰ ਇਨਕਰੀਜ਼ ਕਰ ਦਿੰਦੇ ਆ ਫੰਜਾਈ, ਠੀਕ ਹੈ। that increase water and nutrient absorption capabilities of plant। ਤੇ plant in turn ਉਹਦੀ ਕੀ ਹੈਲਪ ਕਰ ਰਹੇ ਆ? plant provide ਕਰਾਉਂਦਾ energy, that is carbohydrates formed from photosynthesis, ਠੀਕ ਹੈ, that is provided to fungi। ਤਾਂ ਦੋਨਾਂ ਦਾ ਜੋ ਰਿਲੇਸ਼ਨਸ਼ਿਪ ਆ, ਦੋਨਾਂ ਦਾ ਪੋਜ਼ੀਟਿਵ ਇਫੈਕਟ ਆ ਇੱਕ ਦੂਜੇ 'ਤੇ, ਦੋਨੋਂ ਹੈਲਪ ਕਰ ਰਹੇ ਨੇ। ਤਾਂ ਇਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਟਰਮ ਦਿੱਤੀ ਜਾਂਦੀ ਹੈ ਬੇਟਾ ਸਿੰਬਾਇਓਟਿਕ, ਠੀਕ ਹੈ, ਸਿੰਬਾਇਓਟਿਕ, ਠੀਕ ਹੈ। ਦਿਸ ਇਜ਼ ਮਾਈਕੋਰਾਈਜ਼ਾ। ਇਹ ਹੈ ਮਾਈਕੋਰਾਈਜ਼ਾ, ਰਿਲੇਸ਼ਨਸ਼ਿਪ ਬਿਟਵੀਨ ਫੰਜਾਈ ਐਂਡ ਪਲਾਂਟਸ, ਠੀਕ ਹੈ। ਨੈਕਸਟ ਹੈ ਬੇਟਾ ਲਾਈਕਨਸ। ਲਾਈਕਨ ਵੀ ਸੇਮ ਸਿੰਬਾਇਓਟਿਕ ਐਸੋਸੀਏਸ਼ਨ ਹੀ ਆ, ਪਰ ਇਸ 'ਚ ਕਿਹਦੀ ਐਸੋਸੀਏਸ਼ਨ ਆ? ਦੈਟ ਇਜ਼ ਐਲਗੀ ਐਂਡ ਫੰਜਾਈ, ਠੀਕ ਹੈ। ਐਲਗੀ ਐਂਡ ਫੰਜਾਈ ਦੋਨਾਂ ਦੀ ਐਸੋਸੀਏਸ਼ਨ ਆ। ਇਹ ਐਲਗੀ ਬੇਟਾ ਜਿਹੜੀ ਆਪਾਂ ਪਹਿਲਾਂ ਬਲੂ ਗ੍ਰੀਨ ਐਲਗੀ ਪੜ੍ਹੀ ਉਹ ਬੈਕਟੀਰੀਅਲ ਸੀ, ਸਾਈਨੋ ਬੈਕਟੀਰੀਆ। ਇੱਥੇ ਜੋ ਆਪਾਂ ਐਲਗਲ ਕੰਪੋਨੈਂਟ ਕਰ ਰਹੇ ਹਾਂ ਇਹ ਕਿੰਗਡਮ ਪਲਾਂਟੀ ਦੇ ਅੰਡਰ, ਠੀਕ ਹੈ, ਜੋ ਆਪਾਂ ਨੈਕਸਟ ਜਦੋਂ ਵੀਡੀਓ ਕਰਾਂਗੇ, ਠੀਕ ਹੈ, ਤਾਂ ਉਸ ਦੇ ਵਿੱਚ ਕਿੰਗਡਮ ਪਲਾਂਟੀ ਦੇ ਵਿੱਚ ਐਲਗੀ ਗਰੁੱਪ ਕਰਾਂਗੇ, ਠੀਕ ਹੈ। ਉਹ ਐਲਗੀ ਪਲਾਂਟਸ ਦੇ ਅੰਡਰ ਆ,
ठीक है, जिहदे च क्लोरोफिल पिगमेंट प्रेजेंट हुंदा ते फोटोसिंथेसिस करदे। ब्लू ग्रीन एल्गी, ठीक है, ब्लू ग्रीन एल्गी साइनोबैक्टीरिया सी, ये एल्गी डिफरेंट है, ठीक है। तो ये एसोसिएशन लाइकन है जो, दैट इज द एसोसिएशन बिटवीन एल्गी एंड फंजाई। एल्गल कंपोनेंट ਨੂੰ बोलते हैं बेटा फाइकोबायोंट, फंगल कंपोनेंट ਨੂੰ बोलते हैं माइकोबायोंट। ਹੁਣ ਤੁਸੀਂ ਧਿਆਨ ਰੱਖਣਾ, फाइको वर्ड ही एल्गी ਲਈ ਵਰਤਿਆ ਜਾਂਦਾ, ठीक है। फाइको एल्गी ਲਈ यूज़ किया जाता वर्ड, माइको वर्ड है ਜਿਹੜਾ ਉਹ फंजाई ਲਈ यूज़ किया जाता। फंजाई की स्टडी ਨੂੰ भी माइकोलॉजी बोलते हैं, ठीक है। माइको वर्ड फंजाई ਲਈ यूज़ किया जाता। तो माइकोबायोंट फंगल कंपोनेंट, फाइकोबायोंट इज एल्गल कंपोनेंट। नैक्सट हुण इहदे च लाइकन्स की सिम्बायोटिक एसोसिएशन किवें है, उस एल्गी है जिहड़ा दैट प्रोवाइड्स फूड फॉर फंगस एंड फंजाई प्रोवाइड शेल्टर एंड एब्जॉर्ब न्यूट्रीएंट्स एंड वाटर फॉर एल्गी। सेम ही है जिमें माइकोराइजा दे विच दोनों रोल प्ले करते हैं। माइकोराइजा बस एसोसिएशन आ प्लांट्स ते फंजाई दी, प्लांट रूट्स ते फंजाई दी। लाइकन एसोसिएशन एल्गी एंड फंजाई, ठीक है। लाइकन्स, ठीक है, लाइकन्स ਤੁਸੀਂ ਰੌਕਸ ਦੇ ਉੱਪਰ ਇੱਦਾਂ ਦੇ ਅਬਜ਼ਰਵ ਕਰਦੇ ਹੋ, ਠੀਕ ਹੈ। ਗ੍ਰੀਨ ਗ੍ਰੀਨ ਸਟਰਕਚਰਸ ਤੁਹਾਨੂੰ ਦਿਖ ਰਹੇ ਨੇ, ਦਿਸ ਇਜ਼ ਲਾਈਕਨਸ, ਠੀਕ ਹੈ। ਲਾਈਕਨ ਇੰਪੋਰਟੈਂਟ ਅੱਗੇ ਹੈ, ਲਾਈਕਨ ਇਜ਼ ਅ ਪੋਲਿਊਸ਼ਨ ਇੰਡੀਕੇਟਰ। ਪੋਲਿਊਸ਼ਨ ਇੰਡੀਕੇਟਰ ਕਿਵੇਂ, ਕਿ ਜਿੱਥੇ ਬਹੁਤ ਜ਼ਿਆਦਾ ਪੋਲਿਊਸ਼ਨ ਹੋਊਗਾ, ਜਿੱਥੇ ਪੋਲਿਊਸ਼ਨ ਜ਼ਿਆਦਾ ਹੋਊਗਾ ਉੱਥੇ ਲਾਈਕਨਸ ਗਰੋ ਹੀ ਨਹੀਂ ਕਰ ਸਕਦੇ, ਠੀਕ ਹੈ। ਤਾਂ ਜੇ ਤਾਂ ਕਲੀਅਰ ਹੁੰਦਾ, ਠੀਕ ਹੈ, कि ये मोस्ट पोल्यूटेड एरिया, ठीक है। सो लाइकन्स आर द पोल्यूशन इंडिकेटर्स, ठीक है। हाँ जी, तो सिलेबस बेटा जो आप हुण किंगडम फंजाई करना, अगे दे डिवीजनस करनियां ने, लाइकन्स माइकोराइजा, ये तुहानूं डेफिनेशनस ने जनरल, ठीक है। तुहानूं क्लीयर होना चाहिए कि जनरल डेफिनेशन क्या, लाइकन की हुंदा, माइकोराइजा की हुंदा, अगे फंजाई दे जो क्लासीफिकेशन आ, ठीक है, फंजाई दे अंडर जिहड़े ग्रुप्स आउंदे ने उन्हां दे तुहानूं मेन 2-2 3-3 करैक्टर पता होने चाहिए ने। तुहाडी अंडरस्टैंडिंग लई थोड़ा जिहा इलैबोरेट कीता इत्थे मैं, ठीक है, ताकि तुहानूं याद रहे, क्लीयर रहे कि एक्चुअल च, ठीक है, हर एक टर्म दा मीनिंग की है। नैक्सट है बेटा किंगडम फंजाई दी डिवीजन। किंगडम फंजाई नूं जनरली 2 क्राइटेरिया लैके ही डिवाइड किया जाता। फस्ट है कि उस च माइसीलियम कहा जा, माइसीलियम की हुंदा है आपां अगे करांगे किंगडम फंजाई दे स्ट्रक्चर दे विच, ठीक है। माइसीलियम प्रेजेंट हुंदा, उस माइसीलियम दी मॉर्फोलॉजी कह जी है, उहदे बेस ते फंजाई ग्रुप नूं डिवाइड किया जाता। नैक्सट है उस च स्पोर फॉर्मेशन किवें हुंदी आ, फंजाई दे विच स्पोर्स किवें बनदे ने, स्पोर्स काहदे लई चाहीदे सी, रीप्रोडक्शन लई, ठीक है। ते उहदे च फ्रूटिंग बॉडीज़ कह जिहियां बनदियां ने, फ्रूटिंग बॉडीज़ टर्म हुंदी आ, ठीक है। यह जिहा स्ट्रक्चर जिहदे च स्पोर्स बन रहे ने, ठीक है। तो फ्रूटिंग बॉडी कह दिखण नूं कह जी आ, मॉर्फोलॉजिकली किवें एक्ट करदी आ, ठीक है, ਉਹ 'ਚ ਕਿਵੇਂ ਦੇ ਸਪੋਰਸ ਬਣਦੇ ਨੇ, ਤਾਂ ਉਸ ਬੇਸ 'ਤੇ ਕਿੰਗਡਮ ਫੰਜਾਈ ਨੂੰ ਡਿਵਾਈਡ ਕੀਤਾ ਜਾਂਦਾ। किंगडम फंजाई दी फर्दर, ठीक है, ग्रुप्स ने एस्कोमाइस्टीज, बेसिडियोमाइस्टीज, डिटीरियोमाइस्टीज, फाइकोमाइस्टीज, ठीक है। तो 4 ग्रुप्स दे विच किंगडम फंजाई नूं डिवाइड किया। हाँ जी, हुण जिहड़ा आपां 2 क्राइटेरिया लिखे ने, माइसीलियम ते स्पोर फॉर्मेशन, इन्हां नूं आपां इलैबोरेट करके, ठीक है, तुहानूं समझाउण लई आ कि की हुंदा, ठीक है। हाँ जी, नंबर 1 है फंगल का स्ट्रक्चर, माइसीलियम जिहड़ा आपां कीता सी। एक्चुअली फंगस का जो स्ट्रक्चर आ उच बेसिक यूनिट हाइफे थ्रैड लाइक स्ट्रक्चर होंदे ने, हाइफे, ठीक है। जिवें मान लो प्लांट्स च रूट्स होंदियां ने ते हाइफे ने, इन्हां ने इंटरैक्ट करके एब्जॉर्व करने न्यूट्रीएंट्स, ठीक है, हाइफे। तो हाइफे दे नैटवर्क नूं ही माइसीलियम कहा जाता, ठीक है। हाइफे 2 तरह के अगे आप क्लासीफिकेशन करांगे कि हाइफे एसेप्टेड ने, एसेप्टेड, सैप्टा मीनस हुंदा बेटा वॉल, एसेप्टेड मीनस विदाउट एनी वॉल, ठीक है।
ਤਾਂ ਜੋ ਸੈਪਟੇ ਆ ਬਿਨਾਂ ਕਿਸੇ ਵॉल ਤੋਂ ਪ੍ਰੈਜ਼ੈਂਟ ਆ, ਹਾਈਫੇ ਏ ਸੈਪਟੇਟ ਨੇ, ਜਾਂ ਹਾਈਫੇ ਸੈਪਟੇਟ ਨੇ, दैट इज वॉल इज प्रेजेंट। ठीक है, सो फंगल स्ट्रक्चर च बेसिक यूनिट है हाइफा। हाइफा वर्ड हुण तुहानूं क्लीयर होना चाहिए, तो उस दे नैटवर्क नूं ही कहा जाता माइसीलियम। नैक्सट है रीप्रोडक्शन के बेस से फंजाई ग्रुप नूं डिवाइड किया होया। तो रीप्रोडक्शन टेक्स प्लेस बाय वैजीटेटिव मीनस। ठीक है, नंबर 1 आप वैजीटेटिव डिस्कस कर रहे हैं। वैजीटेटिव की होंगे वही पार्ट ब्रेक होके नवा ऑर्गेनिज्म फॉर्म हो जाए। तो पार्ट ब्रेक होने च भी फ्रैगमेंटेशन आ, फिशन आ जां बडिंग आ, 3 तरह के कैटेगरीज ने। ठीक है, ये तुहानूं समझाउण लई वर्ड तो ही क्लीयर आ। ठीक है, फ्रैगमेंटेशन, ठीक है, कि एक फ्रैगमेंट टुट के इत्थों आदि ब्रेक हो गई फ्रैगमेंट, तो नवा जो ऑर्गेनिज्म आ, नवा स्ट्रक्चर आ फॉर्म होना शुरू हो गया। फिशन, फिशन मीनस कि सैल आ जिहड़ा जो ऑर्गेनिज्म का सैल वो डिवाइड हो के, ठीक है, उन्हें 2 डॉटर सैल्स फॉर्म कर लिया, तो इंडिविजुअली दोनों जो सैल ने फिर ऑर्गेनिज्म फॉर्म करनगे। दिस इज फिशन। बडिंग की हुंदा बेटा, बडिंग जिवें यीस्ट च कॉमनली आप ऑब्जर्व करते हैं, ਉਹਦੇ ਤੋਂ एक बड बन जाती है, उसके उपर ही छोटी जी, ठीक है, बड फिर अलग हो जाती है ऑर्गेनिज्म तो, एक नवा ऑर्गेनिज्म फॉर्म हो जाता। तो ये सारिया वैजीटेटिव मीनस दियाँ जो तीनों, ठीक है, टाइप्स ने वैजीटेटिव रिप्रोडक्शन दियाँ फंजाई दे अंडर। हाँ जी, नैक्सट है बेटा ए सैक्शुअल रिप्रोडक्शन। मेनली जो आप क्लासीफिकेशन च आप करनी है, ठीक है, उस तुसीं 2 टर्म्स पढ़ोगे, कुनीडिया ते स्पोरेंजियोस्पोर्स। आपां वो टर्म्स नूं क्लीयर करन लई ही इत्थे एलैबोरेट कीता होया कि की हुंदा कुनीडिया, स्पोरेंजियोस्पोर्स की हुंदे ने। है तो एसेक्शुअल रिप्रोडक्शन आ, इहदा मतलब सिंगल जो ऑर्गेनिज्म आ कोई स्पोर्स फॉर्म कर रहा है, तो उस स्पोर्स बाद विच एक नवा ऑर्गेनिज्म, नवा फंजाई दा स्ट्रक्चर आ जिहड़ा फॉर्म करनगे। उस 2 टाइप्स आपां करनी है, कुनीडिया एंड स्पोरेंजियोस्पोर्स। स्पोरेंजियोस्पोर्स की हुंदे ने, ठीक है, जो फंजाई है उहदे टिप दे उत्ते किवें दा स्ट्रक्चर प्रेजेंट हो, जिन्होंने कहंदे आपां स्पोरेंजियम। ठीक है, उन्होंने टर्म दित्ती जांदी है स्पोरेंजियम दी। स्पोरेंजियम दे विच स्पोर्स जिहड़े फॉर्म हुंदे आ उन्हां नूं कहा जांदा स्पोरेंजियोस्पोर्स। ठीक है, स्पोरेंजियोस्पोर्स। ठीक है, तो जो स्ट्रक्चर है पूरा उन्होंने बोलते हैं स्पोरेंजियोफोर। आपां मेन टर्म की करनी है कि स्पोरेंजियोस्पोर्स की ने जिहड़े स्पोर्स स्पोरेंजियम दे विच बण। कुनीडिया की हुंदा भी सेम उस तरह स्पोर्स ही बनने ने, बट इत्थे चेन बनी हुंदी है कुनीडिया दी, जो स्ट्रक्चर्स ने उन्हां दी चेन बनी हुंदी है कुनीडियोफोर दे उत्ते। इह स्पोर्स दी चेन आ ते इह स्पोर्स फिर ग्रो करनगे। ठीक है, तो मॉर्फोलॉजिकली दोनों च डिफरेंस आ, स्पोरेंजियम एंड कुनीडिया, स्पोरेंजियोस्पोर्स एंड कुनीडिया। ठीक है, ये 2 वर्ड्स अगे आप डिवीजन च करने हैं। नैक्सट है बेटा सैक्शुअल रिप्रोडक्शन। सैक्शुअल रिप्रोडक्शन जो आप अगे क्लास करनी है ग्रुप्स के विच, दैट इज़ बाय जाइगोस्पोर्स हो रही है, एस्कोस्पोर्स या बसीडियोस्पोर्स। 3 तरह के आप स्पोर्स सैक्शुअल रिप्रोडक्शन के अंडर करते हैं। जनरल तुसीं समझ लो, जाइगोस्पोर की हुंदा। ठीक है, हुण देखो सैक्शुअल रिप्रोडक्शन आ, ठीक है, इहदे च हाँ जी सैक्शुअल रिप्रोडक्शन जाइगोस्पोर्स उहदे च की हुंदा। नंबर 1 जाइगोस्पोर 2 अलग अलग जो ऑर्गेनिज्म ने वो स्ट्रक्चर फॉर्म करनगे जिन्हों बोलते गैमीटेंजिया, तो वो गैमीटेंजिया फ्यूज हो के, ठीक है, इकट्ठे होके बनाउणगे जाइगोस्पोर। इस जाइगोस्पोर तो अगे नवा इंडिविजुअल बनूगा। ठीक है, एस्कोस्पोर ते बसीडियोस्पोर्स। ठीक है, एस्कोस्पोर्स एस्कस लाइक स्ट्रक्चर दे विच बनदा, सैक लाइक स्ट्रक्चर। ठीक है, एस्कस इदां दा स्ट्रक्चर हुंदा। बसीडियोस्पोर्स इस तरह के स्ट्रक्चर च बनते, इन्हूं क्लब शेप भी बोलते हैं। ठीक है, क्लब शेप बोली जाती है, इस तरह के स्ट्रक्चर दे विच स्पोर्स बनते हैं। ठीक है, तो होर इन्हां च की डिफरेंस आ, बसीडियोस्पोर्स, ठीक है, एक बसीडियम दे विच 4 हुंदे ने। एस्कोस्पोर्स एक एस्कस दे विच 8 हुंदे ने।
ये फर्क है दोनों तो दोनों अगे डिफरेंट जिहड़े ग्रुप्स आउणगे, ठीक है। एस्कोमाइस्टीज आ उहदे च एस्कस की फॉर्मेशन होनी आ, बसीडियोमाइस्टीज आ उहदे च बसीडियम की फॉर्मेशन होनी आ, ठीक है। फाइकोमाइस्टीज आ उहदे च जाइगोस्पोर्स की फॉर्मेशन होनी आ। तो इन्हां दे बेस ते डिफरेंट जिहड़े ग्रुप्स ने, ठीक है, अगे आपां डिस्कस करने आ। मेन तुसी ये ग्रुप्स दे करैक्टर्स ही करने ने, ठीक है। तुहाडे सिलेबस दे विच इन्हां दे ही करैक्टर्स ने, इन्हां दे फीचर्स ने, ठीक है। वो भी मेन तुसी फीचर तुहानूं याद होना चाहिए कि हाइफा, ठीक है, जां माइसीलियम दा स्ट्रक्चर कहे जा उस ग्रुप दे अंडर, तो उस नेम याद होने चाहिए। एसेक्शुअल रीप्रोडक्शन किवें हुंदी है, सैक्शुअल रीप्रोडक्शन किवें हुंदी है, ठीक है। हाँ जी, तो इस दे विच फाइकोमाइस्टीज नंबर 1 ते आउंदा। फाइको वर्ड आपां पहलां ही कीता बेटा, फाइको वर्ड रिलेटेड विद एलगी, ठीक है। तो फाइकोमाइस्टीज नूं एल्गल फंजाई भी कहा जाता। एल्गल फंजाई क्यों? क्योंकि ये इक्वैटिक हैबिटेट च हुंदे ने, पानी च हुंदे ने, एंड ऑल्सो ग्रो ऑन डिकेइंग वुड। नैक्सट हाइफी, दे आर मल्टीन्यूक्लीएट, ठीक है। ये हाइफी मल्टीन्यूक्लीएट एसेप्टेट होंगे। एसेप्टेट मीनस विदाउट एनी वॉल। तो हाइफे किवें होगा? बिना वॉल तो, बिना वॉल तो हूँ तो न्यूक्लियाई तो प्रेजेंट होणगे ना, वो न्यूक्लियाई बिना वॉल तो प्रेजेंट ने सैल दे विच, ठीक है। तां करके उन्होंने टर्म दिती गई है मल्टी न्यूक्लीएट, ठीक है। नैक्सट स्पोर्स इहदे च एंडोजीनियसली फॉर्म होंदे ने अंदर, एंडो मीनस इनसाइड, ठीक है। हाँ जी, एसैक्शुअल रीप्रोडक्शन स्पॉरेंजियोस्पोर्स नाल हुंदी है, आपां पहलां डिस्कस कर चुके हैं। स्पॉरेंजियोस्पोर्स की हुंदे ने, ठीक है। जे स्पॉरेंजियोस्पोर्स मोटाइल ने, मूवेबल ने, दूसरी जगह जा सकते हैं क्योंकि इक्वैटिक हैबिटेट आ, ठीक है, तो उन्होंने बोलते हैं बेटा जू स्पोर्स, ठीक है। जू वर्ड एनीमल्स, ठीक है, वो रिलेटेड आ जू स्पोर, ठीक है। तुसी याद रखना मोटाइल मूवेबल जो स्पोर्स हैं उन्होंने जू स्पोर्स बोल देंगे। नॉन मोटाइल ए प्लैनोस्पोर्स, नॉन मोटाइल का नाम है ए प्लैनोस्पोर्स। नैक्सट सैक्शुअल रिप्रोडक्शन, हाँ जी, जू इहदा वर्ड ना नाम मोटाइल करके है कि मूवेबल आ, ठीक है। सैक्शुअल रिप्रोडक्शन अक्कर होंदी है बाय जाइगोस्पोर, जे इन्ना भी याद है तुहानूं तां भी ओके है, ठीक है। सैक्शुअल रिप्रोडक्शन च आपां नूं पता दो ऑर्गेनिजम्स इनवॉल्व, दो गैमीट्स इनवॉल्व ने। जो दोनों गैमीट्स इक्को जे ने तानूं आइसोगैमस बोल दिंदे। आइसो मीनस हुंदा सेम, गैमस वर्ड गैमीट्स तो, जे डिफरेंट ने डिसिमिलर ने तां एनाइसोगैमस, ठीक है। एग्जाम्पल्स की ने फाइकोमाइस्टीज एंड राइजोपस, जिहड़ा आपां ब्रैड मोल्ड, ठीक है, पहला ऑब्जर्व किया। राइजोपस एल्ब्यूगो दो एग्जाम्पल्स ने, कोई भी जे एक भी याद होंगी है तो दैट्स ओके, ठीक है। राइजोपस। नैक्सट ग्रुप है बेटा एस्कोमाइस्टीज। एस्को वर्ड एस्कस तो क्लीयर आ, सैक फंजाई बोलते हैं। नाम ही क्यों है? स्पोर्स आर प्रोड्यूस्ड इन सैक शेप्ड स्ट्रक्चर कॉल्ड एस्की, ठीक है। तो एस्कस स्ट्रक्चर दे विच स्पोर्स प्रोड्यूस होंदे ने। जनरली एस्कोमाइस्टीज की ने मल्टी सैलुलर, तो आपको पता सारे फंजाई ही मल्टी सैलुलर ने, पर ये दोबारा क्यों मैंशन किया? क्योंकि इस दे अंडर एक यूनीसैलुलर यीस्ट भी आता, ठीक है। इस माइसीलियम ब्रांचड होंदे ने ते सैप्टेट। देखो ए सैप्टेट का सिर्फ इक्को ही ग्रुप आ, पिछे जो आप कर चुके हैं फाइकोमाइस्टीज, ठीक है, ए सैप्टेट। बाकी सारे जो ग्रुप्स ने दैट आर सैप्टेट, ठीक है। हाँ जी, नैक्सट ए सैक्शुअल स्पोर्स आर कोनीडिया। हुण ये ए सैक्शुअल स्पोर्स डिफरेंट आ गए। कोनीडिया, कोनीडिया आप पहला देख चुके हैं, चेन ऑफ, ठीक है, स्पोर्स चेन ऑफ कोनीडिया, कोनीडियोफोर के उपर लगे हुए। दीज आर प्रोड्यूस्ड एक्सोजीनियसली, ठीक है। हुण देखो इस स्पोर्स फाइकोमाइस्टीज के अंडर स्पोर्स ही एंडोजीनियसली, वो आपां कितों क्लीयर आ? हाँ जी, डिस्पोरेंजियम, ठीक है। Inside the sporangium spores are produced, ठीक है।
ਤੇ ਐਸਕੋਮਾਈਸਟੀਜ਼ 'ਚ ਐਕਸੋਜੀਨਸਲੀ ਆਪਾਂ ਨੂੰ ਕੋਨੀਡੀਆ ਦੇ ਵਿੱਚ ਕਲੀਅਰ ਹੈ, ਕੋਨੀਡੀਓ ਫੋਰ ਤੇ ਕੋਨੀਡੀਆ ਐਕਸਟਰਨਲੀ ਚੇਂਜ ਦੀ ਫਾਰਮ ਦੇ ਵਿੱਚ ਹੁੰਦਾ, ਠੀਕ ਹੈ। ਨੈਕਸਟ ਸੈਕਸ਼ੂਅਲ ਸਪੋਰਸ, ਇਹਦੇ 'ਚ ਐਸਕੋਸਪੋਰਸ, ਇਹ ਵੀ ਆਪਾਂ ਡਿਸਕਸ ਕਰ ਲਿਆ। ਐਸਕੋਕਾਰਪ ਕੀ ਆ, ਫਰੂਟਿੰਗ ਬੋਡੀ, ਠੀਕ ਹੈ। ਇਹਦੀ ਐਗਜ਼ਾਮਪਲ ਹੈ ਬੇਟਾ ਐਸਪਰਜਿਲਸ, ਠੀਕ ਹੈ, ਐਸਪਰਜਿਲਸ ਹੈ ਦੀ ਐਗਜ਼ਾਮਪਲ। ਐਸਕੋਮਾਈਸਟੀਜ਼ ਦੀ ਇੱਕ ਐਗਜ਼ਾਮਪਲ ਆਪਾਂ ਉੱਪਰ ਯੀਸਟ ਵੀ ਕਰ ਚੁੱਕੇ ਹਾਂ, ਠੀਕ ਹੈ। ਥਰਡ ਹੈ ਗਰੁੱਪ ਬੈਸੀਡੀਓਮਾਈਸਟੀਜ਼। ਬੈਸੀਡੀਓਮਾਈਸਟੀਜ਼ ਨੂੰ ਕਲੱਬ ਫੰਜਾਈ ਵੀ ਬੋਲਦੇ ਆ। ਕਲੱਬ ਸ਼ੇਪਡ ਸਟਰਕਚਰ ਦੇ ਵਿੱਚ ਸਪੋਰਸ ਨੇ ਜਿਹੜੇ ਪ੍ਰੋਡਿਊਸ ਹੁੰਦੇ ਨੇ। ਇਸ 'ਚ ਵੀ ਮਾਈਸੀਲੀਅਮ ਸੈਪਟੇਟ ਆ, ਠੀਕ ਹੈ। ਆਪਾਂ ਡਿਸਕਸ ਕਰ ਲਿਆ ਕਿ ਇਹ ਸੈਪਟੇਟ ਸਿਰਫ ਫਸਟ ਵਾਲਾ ਗਰੁੱਪ ਸੀ ਫਾਈਕੋਮਾਈਸਟੀਜ਼, ਬਾਕੀ ਸਾਰੇ ਸੈਪਟੇਟ ਨੇ, ਯਾਦ ਕਰਨਾ ਸੌਖਾ ਤੁਹਾਨੂੰ। ਇਟ ਗਰੋਜ਼ ਔਨ ਸੋਇਲ, ਟਰੀਜ਼, ਠੀਕ ਹੈ। ਪਲਾਂਟਸ ਦੇ ਵੀ ਗਰੋ ਕਰਦੇ ਐਜ਼ ਪੈਰਾਸਾਈਟਸ, ਠੀਕ ਹੈ। asexual spores are not found in basidiomycetes, ठीक है। इस asexual spores ही नहीं होंगे। वैजीटेटिव रिप्रोडक्शन होंगी है बाय फ्रैगमेंटेशन। फ्रैगमेंटेशन आप डिस्कस कर लिया, कोई फ्रैगमेंट ब्रेक हो जाए, ठीक है, उस फ्रैगमेंट तो नवा ऑर्गेनिज्म फॉर्म हो जाए। सैक्शुअल रिप्रोडक्शन अकर्स बाय फ्यूजन ऑफ सैल्स, ठीक है। सैक्शुअल रिप्रोडक्शन दो सैल्स की फ्यूजन नाल होंदी है टू फॉर्म बेसीडियम, ठीक है। जो स्ट्रक्चर फॉर्म होंदा उन्होंने बसीडियम बोलते हैं, तो फ्रूटिंग बॉडी नूं बोलते हैं बसीडियोकार्प, जिहड़ी आपां पहलां कर चुके हैं स्ट्रक्चर, ठीक है। बसीडियम दे विच 4 बसीडियोस्पोर्स बनते हैं। कॉमन एग्जाम्पल है बेटा मशरूम, ठीक है। इस स्ट्रक्चर तो क्लब शेप स्ट्रक्चर तो ही तुहानूं मशरूम याद आ जाना चाहिए। बसीडियोमाइस्टीज के अंडर कॉमन एग्जाम्पल है मशरूम। और रस्ट फंगस जो ਆਪਾਂ ਸ਼ੁਰੂ 'ਚ ਵੀਟ ਦੇ ਲੀਫ ਦੇ ਉੱਪਰ, ਠੀਕ ਹੈ, ਸਪੌਟਸ ਦੇਖੇ ਸੀ, ਰਸਟ ਫੰਗਸ, ਤਾਂ ਇਹਦੀ ਐਗਜ਼ਾਮਪਲ ਹੈ ਬਸੀਡੀਓਮਾਈਸਟੀਜ਼ ਦੀ, ਠੀਕ ਹੈ। ਲਾਸਟ ਗਰੁੱਪ ਹੈ ਬੇਟਾ ਡਿਟੀਰੀਓਮਾਈਸਟੀਜ਼। these are fungi imperfecti, ठीक है। imperfect means इस च सैक्शुअल फॉर्म ही नहीं है, सैक्शुअल रिप्रोडक्शन नहीं होंगी, ठीक है। सैक्शुअल रिप्रोडक्शन एबसेंट आ। माइसीलियम हो सेम सेप्टेट एंड ब्रांच्ड। asexually रिप्रोडक्शन होंदी है बाय कोनीडिया, कोनीडिया आपां नूं क्लीयर आ, ठीक है। these are saprophytic, parasitic और decomposer। कॉमन एग्जाम्पल है अल्टरनेरिया, कोलिटोट्राइकम, ठीक है, पैरासिटिक फंजाई ने, कोलिटोट्राइकम। हाँ जी, नेक्स्ट टॉपिक है अपना हुण आपां चारे जो ग्रुप्स ने, ठीक है, चारों जो टाइप्स ने फंजाई दी आपां कर चुके हैं। क्लीयर होना चाहिए। तुसीं जिवें आपां डिफरेंसिस कर दिंदे आ, इदां अपना एक चार्ट बना के उहदे ते एटलीस्ट 2-2 फीचर जिहड़े मेन ने कि माइसीलियम किवें दा, वो तुहानूं क्लीयर आ कि पहले ग्रुप दे विच ही माइसीलियम एसेप्टेट आ, बाकी सब दे विच सेप्टेट, एसेप्टेट विदाउट वॉल, ठीक है, वो सारा क्लीयर है तुहानूं। फिर तुसीं दूसरा पॉइंट किहदे बेस ते बनाउणा कि एसैक्शुअल रिप्रोडक्शन हुंदी है जां नहीं, तां मीनस की आ उहदा एसैक्शुअल रिप्रोडक्शन दा, कि किते कोनीडिया बन रहा जां स्प्रैंजियोस्पोर्स बन रहे जां एबसेंट ही आ, ठीक है। फिर सैक्शुअल रिप्रोडक्शन एस्कोस्पोर्स, एस्कस लाइक स्ट्रक्चर एस्कोमाइस्टीज आ, बसीडियम, ठीक है, क्लब शेप्ड स्ट्रक्चर आ, बसीडियोमाइस्टीज आ, ठीक है। जां सैक्शुअल रिप्रोडक्शन एबसेंट आ, दैट इज डिटीरियोमाइस्टीज, ठीक है। तो इस तरह पॉइंट्स अपने बना लेने ने। जां नंबर 1 फाइकोमाइस्टीज जाइगोस्पोर नाल आ, ठीक है। आपां नूं बहुत ज़्यादा डिटेल नहीं है सिलेबस च, आपां ये जनरल डिफरेंसिस की फॉर्म दे विच ही अपनी नोटबुक च नोट कर लीए तो आपां नूं उन्ने करैक्टर्स याद हो जाने, ठीक है। हाँ जी, नैक्सट अपना चैप्टर का टॉपिक है वायरसिस, ठीक है। वायरस टर्म तो अजकल आपां कॉमनली ही सुन रहे हैं। वायरसिस एक्चुअली की ने, वायरसिस नूं आपां ना तो लिविंग च कंसिडर करते हैं ना नॉन लिविंग च। क्यों? क्योंकि वायरसिस जदों होस्ट सैल तो बाहर पे ने, होस्ट सैल हुंदा बेटा जिवें हुण आपां ह्यूमन बीइंग अपने च वायरस एंटर होगा तो आपां उहदे होस्ट आ, ठीक है।
ਹੋਸਟ ਮੀਨਸ ਜਿਹਦੇ ਵਿੱਚ ਉਸ ਆਰਗੇਨਿਜ਼ਮ ਨੇ ਗਰੋ ਕਰਨਾ ਆ ਕੇ। ਤਾਂ ਵਾਇਰਸ ਜਦੋਂ ਇੱਕ ਵਾਰ ਹੋਸਟ ਦੇ ਵਿੱਚ ਐਂਟਰ ਹੋ ਜੇ ਤਾਂ ਉਹ ਹੋਸਟ ਦੇ ਮਸ਼ੀਨਰੀ ਨੂੰ ਯੂਜ਼ ਕਰਕੇ, ਹੋਸਟ ਸੈੱਲ ਦੇ, ਕਿਉਂਕਿ ਆਪਣੇ ਸਾਰੇ ਸੈਲਸ ਡਿਵਾਈਡ ਹੋ ਰਹੇ ਨੇ, DNA ਪ੍ਰੈਜ਼ੈਂਟ ਆ, ਰੈਪਲੀਕੇਸ਼ਨ ਚੱਲ ਰਹੀ ਆ, ਤਾਂ ਵਾਇਰਸ ਨੇ ਉਸੇ ਹੀ ਮਸ਼ੀਨਰੀ ਨੂੰ ਯੂਜ਼ ਕਰਕੇ ਮਲਟੀਪਲੀਕੇਸ਼ਨ ਸ਼ੁਰੂ ਕਰਨੀ ਹੈ। ਪਰ ਵੈਨ ਇਟ ਇਜ਼ ਪ੍ਰੈਜ਼ੈਂਟ ਆਊਟਸਾਈਡ ਦਾ ਹੋਸਟ ਸੈੱਲ, ਠੀਕ ਹੈ, ਨੇਚਰ 'ਚ ਵੈਸੇ ਪ੍ਰੈਜ਼ੈਂਟ ਆ ਵਾਇਰਸ, ਉਦੋਂ ਕੁਛ ਵੀ ਨਹੀਂ ਹੈ, ਦੈਟ ਇਜ਼ ਨॉन ਲਿਵਿੰਗ, ਠੀਕ ਹੈ, ਦੈਟ ਇਜ਼ ਆ ਕ੍ਰਿਸਟਲਾਈਨ ਸਟਰਕਚਰ, ਬਸ ਇੱਕ ਸਟਰਕਚਰ ਪਿਆ, ਠੀਕ ਹੈ। ਵਾਇਰਸ ਬਣਿਆ ਕਾਹਦਾ, ਪ੍ਰੋਟੀਨ, ਠੀਕ ਹੈ, ਪਲੱਸ ਉਹਦੇ 'ਚ ਜੋ ਨਿਊਕਲਿਕ ਐਸਿਡ ਆ ਕਿ ਉਹਦੇ 'ਚ RNA ਆ ਜਾਂ DNA ਆ, ਠੀਕ ਹੈ। ਤਾਂ ਉਹ ਦੋ ਕੰਪੋਨੈਂਟਸ ਦਾ ਹੀ ਮੇਨਲੀ ਬਣਿਆ ਹੁੰਦਾ ਵਾਇਰਸ। ਤਾਂ ਆਊਟਸਾਈਡ ਦਾ ਹੋਸਟ ਦੈਟ ਇਜ਼ ਨॉन ਲਿਵਿੰਗ, ਠੀਕ ਹੈ। ਤਾਂ ਹੀ ਅੱਜ ਕੱਲ੍ਹ ਕਰੋਨਾ ਵਾਇਰਸ ਦਾ ਚੱਲ ਰਿਹਾ ਨਾ, ਕਰੋਨਾ ਵਾਇਰਸ ਜਦੋਂ ਐਂਟਰ ਕਰਦਾ ਆਪਣੀ ਬੋਡੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਕਟਿਵ ਹੁੰਦਾ, ਬਹੁਤ ਛੇਤੀ ਮਲਟੀਪਲਾਈ ਹੁੰਦਾ, ਠੀਕ ਹੈ, ਉਹ ਆਪਣੇ ਸੈਲਸ ਦੀ ਹੀ ਮਸ਼ੀਨਰੀ ਨੂੰ ਯੂਜ਼ ਕਰਦਾ। ਬਟ ਵੈਨ ਇਟ ਇਜ਼ ਆਊਟਸਾਈਡ, ਠੀਕ ਹੈ, ਤਾਂ ਉਹ ਹੌਲੀ ਹੌਲੀ ਉਸ 'ਤੇ ਨੇਚਰ ਦੇ ਵਿੱਚ, ਠੀਕ ਹੈ, ਖਤਮ ਹੋ ਜਾਂਦਾ, ਪਰ ਉਹਨੂੰ ਇੱਕ ਐਂਟਰੀ ਚਾਹੀਦੀ ਹੈ ਹੋਸਟ ਸੈੱਲ ਦੇ ਵਿੱਚ, ਠੀਕ ਹੈ। ਨੈਕਸਟ ਟੌਪਿਕ ਹੈ ਬੇਟਾ ਆਪਣਾ ਸਟਰਕਚਰ ਆਫ ਵਾਇਰਸਿਸ। ਤਾਂ ਵਾਇਰਸਿਸ ਦੇ ਵਿੱਚ ਕਾਮਨਲੀ ਜੋ ਵਾਇਰਸਿਸ ਦੈਟ ਇਜ਼ formed of nucleoprotein, ठीक है, which has a protein coat outside that is called as capsid, ठीक है। Inside there is a genetic material ਜਿਹਦੇ ਤੇ genes lie ਕਰਦੀਆਂ ਨੇ next organism ਬਣਨਾ, that may be a RNA or DNA। RNA ਤੇ DNA 'ਚ ਜੋ ਡਿਫਰੈਂਸ ਆ ਜਾਂ RNA DNA ਕਿਵੇਂ ਫਾਰਮ ਹੁੰਦੇ ਨੇ, ਨੈਕਸਟ +2 ਦਾ ਟੌਪਿਕ ਹੈ। ਜਨਰਲ ਤੁਹਾਨੂੰ ਬਾਇਓਮੋਲੀਕਿਊਲਸ ਦੇ ਵਿੱਚ ਵੀ ਇਸ, ਠੀਕ ਹੈ, ਇਸ ਈਅਰ ਚੈਪਟਰ ਆ ਬੁੱਕ ਦੇ ਵਿੱਚ, ਤਾਂ ਉੱਥੋਂ ਤੁਹਾਨੂੰ ਕਲੀਅਰ ਹੋਊਗਾ। ਹੁਣ ਇਨ ਜਨਰਲ ਤੁਸੀਂ ਸਮਝ ਲਓ ਕਿ DNA RNA ਵਾਇਰਸਿਸ ਦੇ ਵਿੱਚ ਐਜ਼ ਅ ਜੈਨੇਟਿਕ ਮਟੀਰੀਅਲ ਐਕਟ ਕਰ ਰਹੇ ਨੇ, ਠੀਕ ਹੈ। ਪਲਾਂਟ ਵਾਇਰਸਿਸ ਦੇ ਵਿੱਚ ਕਾਮਨਲੀ RNA ਐਕਟ ਕਰਦਾ ਐਜ਼ ਅ ਜੈਨੇਟਿਕ ਮਟੀਰੀਅਲ। ਬੈਕਟੀਰੀਓਫੇਜਿਸ ਦੇ ਵਿੱਚ, ਬੈਕਟੀਰੀਓਫੇਜ ਕੀ ਹੁੰਦੇ ਨੇ, the viruses which eat up bacteria, which infect bacteria, they have DNA as genetic material। and last animal viruses which also cause infection in us humans, ठीक है, humans ਦੇ ਵਿੱਚ ਵੀ infection cause ਕਰਨ ਵਾਲੇ ਜੋ ਵਾਇਰਸ ਨੇ, they have RNA or DNA as a genetic material, ठीक है। this is common डायग्राम ऑफ बैक्टीरियोफाज, ठीक है, बैक्टीरियोफेज ਤੁਹਾਡੀ बुक 'ਚ ਹੀ ਦਿੱਤੀ ਹੈ डायग्राम। दिस इज TMV वायरस, टोबैको मोज़ेक वायरस, ठीक है, प्लांट वायरस है ये, ठीक है, RNA ਇਹਦੇ 'ਚ जेनेटिक मटीरियल आ, ठीक है। नेक्स्ट है बेटा लास्ट जो टॉपिक है वायरसेस ਨਾਲ रिलेटेड, that is examples of diseases which are caused by viruses। है ਤੁਸੀਂ as such एक दो examples याद कर दिया ने। ह्यूमन बींग्स ਦੇ ਵਿੱਚ common mumps, small pox, ठीक है, small pox like chicken pox, छोटे छोटे, ठीक है, दाने निकले ਹੁੰਦੇ skin ਤੇ। ਇਨਫਲੂਐਂਜ਼ਾ ਫਲੂ ਲਾਈਕ ਸਿੰਪਟਮਸ ਹੁੰਦੇ ਨੇ, ਠੀਕ ਹੈ, ਫਲੂ ਜਿਵੇਂ ਕਾਮਨ ਕੋਲਡ, ਫਲੂ, ਨਿਮੋਨੀਆ, ਠੀਕ ਹੈ। ਨੈਕਸਟ ਏਡਸ ਵਾਇਰਸ, ਇਹ ਵੀ ਆਪਾਂ ਸੁਣਦੇ ਹਾਂ ਕਾਮਨ, ਠੀਕ ਹੈ, ਕੌਜ਼ਡ ਬਾਈ HIV, ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਪਲਾਂਟਸ ਦੇ ਵਿੱਚ ਜੋ ਸਿੰਪਟਮਸ ਅਪੀਅਰ ਹੁੰਦੇ ਨੇ ਦੇ ਆਰ ਮੋਜ਼ੇਕ ਫਾਰਮੇਸ਼ਨ, ਜਿਵੇਂ ਆਪਾਂ ਪਹਿਲਾਂ ਹੁਣੇ ਕੀਤਾ ਟੋਬੈਕੋ ਮੋਜ਼ੇਕ ਵਾਇਰਸ, ਠੀਕ ਹੈ। ਮੋਜ਼ੇਕ ਮੀਨਸ ਇਸ ਤਰ੍ਹਾਂ ਦੀ ਫਾਰਮੇਸ਼ਨ ਹੋ ਜਾਣੀ ਲੀਵਸ ਦੇ ਉੱਤੇ, ਲੀਫ ਰੋਲ ਕਰ ਜਾਂਦੇ ਆ, ਕਰਲਸ ਫਾਰਮ ਹੋ ਜਾਂਦੇ ਆ ਡਿਊ ਟੂ ਇਨਫੈਕਸ਼ਨ ਕੌਜ਼ਡ ਬਾਈ ਵਾਇਰਸਿਸ, ਠੀਕ ਹੈ। ਦਿਸ ਇਜ਼ ਅ ਪਲਾਂਟ ਆਫ ਟੋਮੈਟੋ ਸ਼ੋਇੰਗ curls, curling of leaves, ठीक है। stunted growth also occur due to infection from viruses। stunted growth means growth is reduced, ਘਟ ਜਾਂਦੀ ਹੈ growth। ਲਾਸਟ ਟੌਪਿਕ ਹੈ ਬੇਟਾ ਵਿਰੋਇਡਸ। ਵਿਰੋਇਡਸ ਕੀ ਨੇ, ਕਿਵੇਂ ਇਹ ਵਾਇਰਸਿਸ ਤੋਂ ਡਿਫਰੈਂਸ ਰੱਖਦੇ ਨੇ, ਠੀਕ ਹੈ, ਕਿਉਂਕਿ ਡਿਫਰੈਂਸ ਇਹਦੇ 'ਚ ਸਿਰਫ ਥੋੜ੍ਹਾ ਜਿਹਾ ਹੀ ਹੈ ਇਹ, ਠੀਕ ਹੈ। these are different from viruses। viroids are only a free RNA, ਠੀਕ ਹੈ, ਇਸ 'ਚ ਕੋਈ ਵੀ ਪ੍ਰੋਟੀਨ ਕੋਟ ਨਹੀਂ ਪ੍ਰੈਜ਼ੈਂਟ ਹੁੰਦਾ ਵਿਰੋਇਡ ਦੇ ਵਿੱਚ, ਠੀਕ ਹੈ। ਆਪਾਂ ਇਹ ਕਹਿ ਸਕਦੇ ਹਾਂ ਵਾਇਰਸ ਮਾਈਨਸ ਪ੍ਰੋਟੀਨ ਕੋਟ ਇਜ਼ ਇਕੁਅਲ ਟੂ ਵਿਰੋਇਡ, ਠੀਕ ਹੈ। ਵਿਰੋਇਡ ਕੀ ਆ,
प्रोटीन कोट एबसेंट होवे, ठीक है, एंड हैज़ ओनली अ RNA। फर्स्ट टाइम विरोइड इज डिस्कवर्ड बाय T.O. Diner, ठीक है। तो कॉमन डिजीज़ है दा कॉज्ड बाय विरोइड इज पोटैटो स्पिंडल ट्यूबर डिजीज़, ਜਿਹਦੇ 'ਚ ਜੋ ਪੋਟੈਟੋ ਨੇ ਉਹਨਾਂ ਦੀ ਸ਼ੇਪ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਠੀਕ ਹੈ। ਹਾਂਜੀ ਬੇਟਾ, ਇਹ ਸੀ ਆਪਣਾ ਅੱਜ ਦਾ ਲਾਸਟ ਟੌਪਿਕ ਕਿੰਗਡਮ ਫੰਜਾਈ। ਅੱਜ ਆਪਾਂ ਕੀਤਾ ਵਾਇਰਸਿਸ, ਵਿਰੋਇਡ, ਠੀਕ ਹੈ। ਤੁਹਾਨੂੰ ਜਨਰਲ ਕਰੈਕਟਰ ਸਾਰਿਆਂ ਨੇ ਪਤਾ ਹੋਣੇ ਚਾਹੀਦੇ ਨੇ ਕਿੰਗਡਮ ਫੰਜਾਈ ਦੇ, ਜੋ ਡਿਵੀਜ਼ਨਸ ਉਹਦੀਆਂ ਗਰੁੱਪਸ ਨੇ ਉਹਨਾਂ ਦੇ ਕਰੈਕਟਰਸ, ਠੀਕ ਹੈ, ਤਾਂ ਉਹ ਯਾਦ ਹੋਣੇ ਚਾਹੀਦੇ ਨੇ ਤੁਹਾਨੂੰ। ਹਾਂਜੀ, ਨੈਕਸਟ ਆਪਾਂ ਕਿੰਗਡਮ ਪਲਾਂਟੀ ਚੈਪਟਰ 3 ਸ਼ੁਰੂ ਕਰਨਾ, ਠੀਕ ਹੈ। ਇਸ ਨੂੰ ਹੁਣ ਧਿਆਨ ਨਾਲ ਵੀਡੀਓ ਨੂੰ ਦੇਖ ਕੇ ਆਪਣੇ ਨੋਟਸ ਪ੍ਰਪੇਅਰ ਕਰ ਲਿਓ, ਠੀਕ ਹੈ। ਓਕੇ ਬੇਟਾ, ਓਕੇ, ਥੈਂਕਸ, ਠੀਕ ਹੈ, ਐਂਡ ਹੈਵ ਅ ਨਾਈਸ ਡੇ।